ਹੈਲੋ ਦੋਸਤੋ, ਹਿੰਮਤ ਫਿਲਮਾਂ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਇੱਕ 2020 ਕੋਰੀਅਨ ਐਕਸ਼ਨ ਪੈਕਟ ਫਿਲਮ ਨੂੰ ਰੀਕੈਪ ਕਰਨ ਜਾ ਰਿਹਾ ਹਾਂ, ਜਿਸ ਨੂੰ ਦ ਸੌਡਜ਼ਮਨ ਕਿਹਾ ਜਾਂਦਾ ਹੈ। ਇਹ ਫਿਲਮ ਸੱਚੀਆਂ ਇਤਿਹਾਸਕ ਘਟਨਾਵਾਂ ਤੇ ਆਧਾਰਿਤ ਹੈ ਅਤੇ ਇੱਕ ਅੰਨੇ ਤਲਵਾਰਧਾਰੀ ਦੀ ਕਹਾਣੀ ਦੱਸਦੀ ਹੈ ਜੋ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਫੌਜ ਲੈ ਲੈਂਦਾ ਹੈ। ਤਾਂ ਫਿਰ ਉਸ ਦੇ ਅੰਨੇਪਣ ਦਾ ਕੀ ਕਾਰਨ ਹੈ? ਕੀ ਉਹ ਆਪਣੀ ਧੀ ਨੂੰ ਬਚਾ ਸਕੇਗਾ? ਆਓ ਮਿਲ ਕੇ ਪਤਾ ਕਰੀਏ। 1623 ਵਿੱਚ ਜੋਸਨ ਰਾਜਵੰਸ਼ ਦਾ ਰਾਜਾ ਵਿਦਰੋਹੀ ਸਮੂਹ ਤੋਂ ਬਚਣ ਲਈ ਮਹਿਲ ਤੋਂ ਭੱਜ ਗਿਆ, ਜੋ ਉਸ ਨੂੰ ਰਾਸ਼ਟਰ ਦੀ ਅਗਵਾਈ ਕਰਨ ਲਈ ਬਹੁਤ ਕਮਜ਼ੋਰ ਸਮਝਦਾ ਸੀ। ਤਾਏ ਯੂਲ ਦੇਸ਼ ਦਾ ਸਭ ਤੋਂ ਵਧੀਆ ਤਲਵਾਰਬਾਜ਼ ਹੈ ਅਤੇ ਰਾਜੇ ਦਾ ਨਿੱਜੀ ਬਾਡੀਗਾਰਡ ਰਿਹਾ ਹੈ। ਤਾਈ ਯੂਲ ਨੂੰ ਸਿਰਫ ਬਚੇ ਹੋਏ ਗਾਰਡ ਵਜੋਂ ਗਰੁੱਪ ਦੇ ਕੈਪਟਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਅਟਲ ਲੜਾਈ ਹੁੰਦੀ ਹੈ। ਤੇਜ਼ ਹਮਲੇ ਤੈਨਾਤ ਕੀਤੇ ਜਾਂਦੇ ਹਨ ਕਿਉਂਕਿ ਉਹ ਇੱਕ ਦੂਜੇ ਦੇ ਹੁਨਰ ਦਾ ਮੁਲਾਂਕਣ ਕਰਦੇ ਹਨ। ਉਹ ਆਪਣੇ ਰੁਖ ਨੂੰ ਮੁੜ ਲਾਗੂ ਕਰਦੇ ਹਨ ਅਤੇ ਇੱਕ ਗੰਭੀਰ ਲੜਾਈ ਵਿੱਚ ਸ਼ਾਮਲ ਹੋ ਜਾਂਦੇ ਹਨ। ਲੜਾਈ ਭਿਆਨਕ ਅਤੇ ਤਣਾਅਪੂਰਨ ਹੁੰਦੀ ਹੈ ਕਿਉਂਕਿ ਉਹ ਵਾਰ-ਵਾਰ ਇੱਕ ਦੂਜੇ ਨੂੰ ਪਛਾੜਦੇ ਹਨ। ਬਦਕਿਸਮਤੀ ਨਾਲ ਟੇਯੂਐਲ ਪ੍ਰਕਿਰਿਆ ਵਿੱਚ ਉਸਦੇ ਹੱਥ ਨੂੰ ਸੱਟ ਮਾਰਦਾ ਹੈ। ਫਿਰ ਸੀਨ ਕੁਝ ਸਾਲਾਂ ਬਾਅਦ ਚੱਲਦਾ ਹੈ। ਪਹਾੜਾਂ ਵਿੱਚ ਟੇਯੂਐਲ ਨੇ ਸਫਲਤਾਪੂਰਵਕ ਆਪਣੀ ਧੀ ਨੂੰ ਟੇਓਕੇ ਨਾਮ ਦਾ ਪਾਲਣ ਪੋਸ਼ਣ ਕੀਤਾ ਹੈ। ਖੁਸ਼ਹਾਲ ਜ਼ਿੰਦਗੀ ਦੇ ਬਾਵਜੂਦ ਤਾਏ ਯੂਲ ਦੀ ਨਜ਼ਰ ਧੁੰਦਲੀ ਜਾਪਦੀ ਹੈ। ਪਤਾ ਚੱਲਿਆ ਉਸ ਦੀਆਂ ਅੱਖਾਂ ਦੇ ਅੰਦਰ ਖੂਨ ਵੜ ਗਿਆ ਹੈ ਅਤੇ ਅੰਤ ਵਿੱਚ ਪੂਰੀ ਤਰ੍ਹਾਂ ਅੰਨਾਪਣ ਹੋ ਜਾਵੇਗਾ। ਡਾਕਟਰ ਦਾ ਕਹਿਣਾ ਹੈ ਕਿ ਜੋਸਨ ਕਸਬੇ ਵਿੱਚ ਇੱਕ ਦੁਰਲੱਭ ਜੜੀ ਬੂਟੀ ਹੈ ਜੋ ਉਸ ਦੀਆਂ ਅੱਖਾਂ ਨੂੰ ਠੀਕ ਕਰਨ ਲਈ ਵਰਤੀ ਜਾ ਸਕਦੀ ਹੈ। ਤਾਏ ਓਕੇ ਖਬਰ ਸੁਣ ਕੇ ਬਹੁਤ ਖੁਸ਼ ਹੈ ਅਤੇ ਚਾਹੁੰਦਾ ਹੈ ਕਿ ਉਹ ਤੁਰੰਤ ਚਲੇ ਜਾਣ। ਹਾਲਾਂਕਿ ਤਾਏ ਯੂਲ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ ਕਿਉਂਕਿ ਇਹ ਸ਼ਹਿਰ ਉਸ ਲਈ ਬਹੁਤ ਖਤਰਨਾਕ ਹੈ ਅਤੇ ਉਸ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਸ ਦੇ ਕਹਿਣ ਦੇ ਬਾਵਜੂਦ ਤਾਏ ਓਕ ਨੇ ਇਕੱਲੇ ਜੜੀ ਬੂਟੀਆਂ ਨੂੰ ਖਰੀਦਣ ਦਾ ਵਾਅਦਾ ਕੀਤਾ ਅਤੇ ਤਾਏ ਯੂਲ ਆਖਰਕਾਰ ਸਵੀਕਾਰ ਕਰਦਾ ਹੈ। ਫਿਰ ਉਹ ਇਕੱਠੇ ਸ਼ਹਿਰ ਨੂੰ ਰਵਾਨਾ ਹੁੰਦੇ ਹਨ। ਇਸ ਦੌਰਾਨ ਕੈਪਟਨ ਨੂੰ ਰਾਜ ਵਿੱਚ ਅਫਸਰ ਵਜੋਂ ਤਰੱਕੀ ਦਿੱਤੀ ਗਈ ਹੈ। ਹਾਲਾਂਕਿ ਉਹ ਨੌਕਰੀ ਛੱਡਣਾ ਚਾਹੁੰਦਾ ਹੈ ਅਤੇ ਜ਼ਿੰਦਗੀ ਦੇ ਆਖਰੀ ਪਲਾਂ ਦਾ ਆਨੰਦ ਲੈਂਦਾ ਹੈ। ਲਈ ਅਦਾਲਤ ਦੇ ਸਤਿਕਾਰਤ ਮੈਂਬਰ ਵਜੋਂ ਉਹ ਨਹੀਂ ਚਾਹੁੰਦਾ ਕਿ ਉਹ ਛੱਡ ਜਾਵੇ ਕਿਉਂਕਿ ਉਹ ਹਵਾਂਗਬੈਂਗ ਦੁਸ਼ਮਣ ਦੇ ਇੱਕ ਸੰਬੰਧਿਤ ਸਮੂਹ ਕਿੰਗ ਰਾਜਵੰਸ਼ ਜੋ ਗੁਲਾਮਾਂ ਦੇ ਵਪਾਰ ਵਿੱਚ ਸ਼ਾਮਲ ਹਨ ਬਾਰੇ ਚਿੰਤਤ ਹਨ। ਲੀ ਨੂੰ ਇਹ ਵੀ ਡਰ ਕਿ ਇੱਕ ਦਿਨ ਹਵਾਂਗਬੈਂਗ ਉਸ ਤੋਂ ਆਪਣੀ ਧੀ ਨੂੰ ਉਹਨਾਂ ਦੇ ਹਵਾਲੇ ਕਰਨ ਦੀ ਮੰਗ ਕਰੇਗਾ। ਦੂਜੇ ਪਾਸੇ ਤਾਏ ਯੂਲ ਅਤੇ ਉਸ ਦੀ ਧੀ ਜੋਸਨ ਸ਼ਹਿਰ ਵਿੱਚ ਪਹੁੰਚ ਗਏ ਹਨ। ਤਾਏ ਓਕੇ ਪਹਿਲੀ ਵਾਰ ਅਸਲੀ ਸੱਭਿਅਤਾ ਨੂੰ ਦੇਖ ਕੇ ਬਹੁਤ ਖੁਸ਼ ਹੈ। ਅਚਾਨਕ ਉਹ ਹਵਾਂਗਬੈਂਗ ਨੂੰ ਦੇਖਦੇ ਹਨ ਜਿਸ ਨੇ ਸਥਾਨਕ ਦੀ ਇੱਕ ਪਤਨੀ ਨੂੰ ਗੁਲਾਮ ਬਣਾ ਲਿਆ ਹੈ। ਪਤੀ ਨੇ ਆਪਣੀ ਪਤਨੀ ਨੂੰ ਖਰੀਦਣ ਲਈ ਆਪਣੇ ਪੈਸੇ ਬਚਾ ਲਏ ਹਨ ਪਰ ਕੀਮਤ ਉਹਨਾਂ ਨੇ ਖੜਕਾਈ ਹੈ। ਫਿਰ ਹਵਾਂਗਬੈਂਗ ਦੇ 3 ਮਾਰਸ਼ਲ ਆਰਟ ਮਾਹਰ ਆਉਂਦੇ ਹਨ ਅਤੇ ਪਤੀ ਉਹਨਾਂ ਨੂੰ ਬੇਨਤੀ ਕਰਦਾ ਹੈ। ਹਾਲਾਂਕਿ ਉਹਨਾਂ ਨੇ ਉਸ ਨੂੰ ਜ਼ੋਰਦਾਰ ਮਾਰਿਆ ਅਤੇ ਉਹ ਡਿੱਗ ਗਿਆ। ਟੇਓਕੇ ਇਹ ਉਸ ਦਾ ਬਚਾਅ ਕਰਨਾ ਚਾਹੁੰਦਾ ਹੈ ਪਰ ਟੇਯੂਐਲ ਉਸ ਨੂੰ ਰੋਕਦਾ ਹੈ। ਫਿਰ ਜੋਸਨ ਦੇ ਗਾਰਡ ਲੜਾਈ ਨੂੰ ਤੋੜਨ ਲਈ ਆਉਂਦੇ ਹਨ। ਹਾਲਾਂਕਿ ਉਹ ਹਵਾਂਗਬੈਂਗ ਦੇ ਸਾਹਮਣੇ ਸ਼ਕਤੀਹੀਨ ਹਨ ਅਤੇ ਚਲੇ ਜਾਂਦੇ ਹਨ ਕਿਉਂਕਿ ਉਹ ਕਿੰਗ ਰਾਜਵੰਸ਼ ਦੇ ਦੁਸ਼ਮਣ ਨਹੀਂ ਬਣਾ ਸਕਦੇ। ਦੂਜੇ ਪਾਸੇ ਹਵਾਂਗਬੈਂਗ ਦੇ ਮਾਸਟਰ ਗੁਰੂਤਾਈ ਲੀ ਨੂੰ ਮਿਲ ਰਹੇ ਹਨ। ਲੀ ਦੇ ਸ਼ਾਂਤ ਰਹਿਣ ਦੀ ਕੋਸ਼ਿਸ਼ ਦੇ ਬਾਵਜੂਦ ਗੁਰੂਤਾਈ ਜੋਸਨ ਦਾ ਮਜ਼ਾਕ ਉਡਾਉਂਦੀ ਰਹਿੰਦੀ ਹੈ ਜੋ ਕੈਪਟਨ ਦੇ ਗੁੱਸੇ ਨੂੰ ਭੜਕਾਉਂਦਾ ਹੈ। ਗੁਰੂਤਾਈ ਫਿਰ ਉਸ ਨੂੰ ਆਪਣੇ ਨਿੱਜੀ ਗਾਰਡਾਂ ਵਿੱਚੋਂ ਇੱਕ ਨਾਲ ਲੜਨ ਲਈ ਸੱਦਾ ਦਿੰਦਾ ਹੈ। ਗਾਰਡ ਕੈਪਟਨ ਨੂੰ ਨੀਵਾਂ ਦੇਖਦਾ ਹੈ ਕਿਉਂਕਿ ਉਹ ਆਪਣੇ ਲਗਾਤਾਰ ਹਮਲੇ ਨਾਲ ਉਸ ਨੂੰ ਪਛਾੜਦਾ ਹੈ। ਫਿਰ ਗਾਰਡ ਨੇ ਉਸ ਦਾ ਮਜ਼ਾਕ ਉਡਾਇਆ ਜਿਸ ਨਾਲ ਕੈਪਟਨ ਨੂੰ ਗੁੱਸਾ ਆਉਂਦਾ ਹੈ। ਇਸ ਵਾਰ ਕੈਪਟਨ ਗਾਰਡ ਨੂੰ ਕਾਬੂ ਕਰਨ ਦਾ ਪ੍ਰਬੰਧ ਕਰਦਾ ਹੈ ਅਤੇ ਗੁਰੂਤਾਈ ਦੀ ਦਖਲਅੰਦਾਜ਼ੀ ਕਾਰਨ ਨਹੀਂ ਤਾਂ ਲਗਭਗ ਉਸ ਨੂੰ ਮਾਰ ਦਿੰਦਾ ਹੈ। ਲੜਾਈ ਬੰਦ ਹੋ ਜਾਂਦੀ ਹੈ ਅਤੇ ਗੁਰੂਤਾਈ ਨੇ ਕੈਪਟਨ ਦੇ ਹੁਨਰ ਦੀ ਤਾਰੀਫ ਕੀਤੀ। ਦੂਜੇ ਪਾਸੇ ਡਾਕਟਰ ਦੇ ਹਵਾਲੇ ਅਨੁਸਾਰ ਤਾਈ ਯੂਲ ਅਤੇ ਤਾਏ ਓਕੇ ਵਪਾਰਕ ਅਹੁਦੇ ਤੇ ਆ ਗਏ ਹਨ। ਹਾਲਾਂਕਿ ਵਪਾਰੀ ਉਹਨਾਂ ਦੀ ਬੇਨਤੀ ਨੂੰ ਠੁਕਰਾ ਦਿੰਦਾ ਹੈ ਕਿਉਂਕਿ ਇਹ ਦੁਰਲੱਭ ਜੜੀ ਬੂਟੀ ਬਹੁਤ ਮਹਿੰਗੀ ਹੈ ਅਤੇ ਬਿਨਾਂ ਕੁਨੈਕਸ਼ਨ ਦੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜਵਾਬ ਸੁਣ ਕੇ ਤਾਏ ਯੂਲ ਅਤੇ ਤਾਏ ਓਕੇ ਖਾਲੀ ਹੱਥ ਚਲੇ ਗਏ। ਰਸਤੇ ਵਿੱਚ ਉਹ ਗੁਰੂਤਾਈ ਅਤੇ ਉਸਦੇ ਗਾਰਡਾਂ ਨੂੰ ਮਿਲਦੇ ਹਨ। ਗੁਰੂਤਾਈ ਵਪਾਰੀ ਨੂੰ ਮਿਲਦਾ ਹੈ ਅਤੇ ਉੱਥੇ ਆਪਣੀ ਗੁਲਾਮ ਵਪਾਰ ਦੀ ਦੁਕਾਨ ਸਥਾਪਿਤ ਕਰਨ ਦਾ ਪ੍ਰਸਤਾਵ ਦਿੰਦਾ ਹੈ। ਵਪਾਰੀ ਉਸ ਦੇ ਪ੍ਰਸਤਾਵ ਨੂੰ ਨਿਮਰਤਾ ਨਾਲ ਰੱਦ ਕਰਦਾ ਹੈ ਕਿਉਂਕਿ ਇਹ ਪੋਸਟ ਸਿਰਫ ਕਾਨੂੰਨੀ ਵਸਤਾਂ ਦੇ ਲਈ ਹੈ। ਉਹ ਫਿਰ ਆਪਣੇ ਆਪ ਨੂੰ ਬਹਾਨਾ ਦਿੰਦੀ ਹੈ ਅਤੇ ਝਿਜਕਦੇ ਹੋਏ ਉਹਨਾਂ ਦੇ ਠਹਿਰਨ ਦਾ ਸਵਾਗਤ ਕਰਦੀ ਹੈ। ਘਰ ਦੇ ਰਸਤੇ ਤੇ ਤਾਏ ਯੂਲ ਆਪਣੀ ਧੀ ਨੂੰ ਕਸਬੇ ਤੋਂ ਇੱਕ ਤੋਹਫਾ ਦੇ ਨਾਲ ਪੇਸ਼ ਕਰਦਾ ਹੈ ਜੋ ਤਾਏ ਓਕੇ ਨੂੰ ਖੁਸ਼ ਕਰਦਾ ਹੈ। ਫਿਰ ਪਹਾੜਾਂ ਤੇ ਵਾਪਸ ਜਾਣ ਤੋਂ ਪਹਿਲਾਂ ਉਹ ਤਾਏ ਓਕੇ ਦੀ ਮਾਸੀ ਨੂੰ ਮਿਲਣ ਜਾਂਦੇ ਹਨ। ਇਸ ਦੌਰਾਨ ਕੈਪਟਨ ਨਵਾਂ ਰਿਸ਼ਤਾ ਕਾਇਮ ਕਰਨ ਲਈ ਗੁਰੂਤਾ ਨਾਲ ਮੁਲਾਕਾਤ ਕਰ ਰਹੇ ਹਨ।
ਗੁਰੂਤਾਈ ਉਸਦੀ ਤਲਵਾਰ ਦੀ ਮੁਹਾਰਤ ਕਾਰਨ ਉਸਦਾ ਆਦਰ ਕਰਦਾ ਹੈ ਅਤੇ ਉਸਨੂੰ ਆਪਣੀ ਕਤਾਰ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ, ਜਿਸ ਨੂੰ ਉਹ ਝਿਜਕਦੇ ਹੋਏ ਸਵੀਕਾਰ ਕਰਦਾ ਹੈ। ਦੂਜੇ ਪਾਸੇ ਵਪਾਰੀ ਉਸਨੂੰ ਕਸਬੇ ਵਿੱਚ ਬੁਲਾਉਣ ਲਈ ਤਾਏ ਓਕੇ ਦਾ ਦੌਰਾ ਕਰਦਾ ਹੈ। ਉਹ ਕਹਿੰਦੀ ਹੈ ਕਿ ਲੀ ਨੂੰ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰਨ ਲਈ ਇੱਕ ਛੋਟੀ ਕੁੜੀ ਦੀ ਲੋੜ ਹੈ ਅਤੇ ਉਹ ਤਾਏ ਓਕੇ ਨੂੰ ਗੋਦ ਲੈ ਲਵੇਗੀ। ਇਸ ਤੋਂ ਇਲਾਵਾ ਵਪਾਰੀ ਉਸਨੂੰ ਆਪਣੇ ਪਿਤਾ ਦੀਆਂ ਅੱਖਾਂ ਦੀ ਦੇਖਭਾਲ ਲਈ ਦੁਰਲੱਭ ਜੜੀ ਬੂਟੀਆਂ ਵੀ ਦੇਵੇਗਾ। ਤਾਈ ਓਕੇ ਪੇਸ਼ਕਸ਼ ਤੋਂ ਬਹੁਤ ਖੁਸ਼ ਹੈ ਅਤੇ ਤੁਰੰਤ ਇਸ ਨੂੰ ਸਵੀਕਾਰ ਕਰਦਾ ਹੈ। ਜਦੋਂ ਉਹ ਜਾਣ ਵਾਲੀ ਹੁੰਦੀ ਹੈ, ਘਰ ਦੇ ਅੰਦਰ ਹੰਗਾਮਾ ਹੋ ਜਾਂਦਾ ਹੈ। ਵਪਾਰੀ ਅਤੇ ਉਸਦੇ ਗਾਰਡ ਨੇ ਇਸ ਦਾ ਮੁਆਇਨਾ ਕੀਤਾ ਅਤੇ ਪਾਇਆ ਕਿ ਗੁਰੂਤਾਈ ਦੇ ਗਾਰਡ ਵੇਟਰਸਾਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕਰ ਰਹੇ ਹਨ। ਇਸ ਕਾਰਵਾਈ ਨਾਲ ਉਹਨਾਂ ਦੋਵਾਂ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਹਵਾਂਗਬੰਗਾਨ ਵਿੱਚੋਂ ਇੱਕ ਨਾਲ ਲੜਦੇ ਹਨ। ਉਹ ਦੋਵੇਂ ਆਪਣੀਆਂ ਤਲਵਾਰਾਂ ਨਾਲ ਉਸ ਨਾਲ ਲੜਦੇ ਹਨ, ਜਦੋਂ ਕਿ ਹਵਾਂਗਬੈਗ ਨੰਗੇ ਹੱਥ ਲੜਦਾ ਹੈ। ਉਹ ਕੁਸ਼ਲਤਾ ਨਾਲ ਬਚਦਾ ਹੈ ਅਤੇ ਉਹਨਾਂ ਦੇ ਸੁਮੇਲ ਹਮਲਿਆਂ ਦਾ ਬਚਾਅ ਕਰਦਾ ਹੈ। ਕੁਝ ਸਮੇਂ ਬਾਅਦ ਹਵਾਂਗਬੈਂਗ ਦੋਵਾਂ ਤੇ ਘਾਤਕ ਹਮਲੇ ਕਰਨ ਦਾ ਪ੍ਰਬੰਧ ਕਰਦਾ ਹੈ। ਨਤੀਜੇ ਵਜੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ। ਅਚਾਨਕ ਤਾਏ ਓਕੇ ਆਉਂਦਾ ਹੈ ਅਤੇ ਉਸ ਤੇ ਇੱਕ ਚੱਟਾਨ ਮਾਰਦਾ ਹੈ। ਕਾਰਵਾਈ ਉਸ ਨੂੰ ਗੁੱਸੇ ਕਰਦੀ ਹੈ, ਪਰ ਤਾਈ ਯੂਲ ਆਪਣੀ ਧੀ ਦੀ ਤਰਫੋਂ ਮੁਆਫੀ ਮੰਗਣ ਲਈ ਆਉਂਦਾ ਹੈ। ਕਾਰਵਾਈ ਦੇ ਬਾਵਜੂਦ ਹਵਾਂਗਬੈਂਗ ਉਸ ਨੂੰ ਜਾਣ ਨਹੀਂ ਦਿੰਦਾ, ਜਿਸ ਨਾਲ ਤਾਈ ਯੂਲ ਨੂੰ ਗੁੱਸਾ ਆਉਂਦਾ ਹੈ। ਅਚਾਨਕ ਆਪਣੀ ਧੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਾਏ ਯੂਲ ਉਸ ਦਾ ਹੱਥ ਫੜਦਾ ਹੈ ਅਤੇ ਉਸ ਨੂੰ ਬਾਹਰ ਲੜਨ ਲਈ ਘਸੀਟਦਾ ਹੈ। ਆਪਣੇ ਸ਼ਾਨਦਾਰ ਫੁੱਟਵਰਕ ਨਾਲ ਉਹ ਕੁਸ਼ਲਤਾ ਨਾਲ ਬਚਾਅ ਕਰਦਾ ਹੈ ਅਤੇ ਹਮਲਿਆਂ ਤੋਂ ਬਚਦਾ ਹੈ। ਉਹ ਵਾਰ-ਵਾਰ ਆਪਣੀ ਗੰਨੇ ਨਾਲ ਕੁਝ ਵਾਰ ਕਰਦਾ ਹੈ ਅਤੇ ਹਵਾਂਗਬੈਂਗ ਨੂੰ ਬੇਹੋਸ਼ ਕਰ ਦਿੰਦਾ ਹੈ। ਦੂਸਰਾ ਮੁੰਡਾ ਉਸ ਨਾਲ ਲੜਨ ਦੀ ਯੋਜਨਾ ਬਣਾਉਂਦਾ ਹੈ, ਪਰ ਤਾਏ ਯੂਲ ਦੀ ਨਜ਼ਰ ਦੇਖ ਕੇ ਇਰਾਦਾ ਉਲਟਾ ਦਿੰਦਾ ਹੈ। ਲੜਾਈ ਨੂੰ ਦੂਰੋਂ ਦੇਖਣ ਵਾਲੇ ਕੈਪਟਨ ਨੂੰ ਕੁਝ ਸਾਲ ਪਹਿਲਾਂ ਤਾਏ ਯੂਲ ਨਾਲ ਹੋਈ ਲੜਾਈ ਯਾਦ ਆ ਜਾਂਦੀ ਹੈ। ਉਸ ਸਮੇਂ ਕੈਪਟਨ ਨੇ ਤਾਏ ਯੂਲ ਦੀ ਤਲਵਾਰ ਨੂੰ ਚਕਨਾਚੂਰ ਕਰ ਦਿੱਤਾ ਅਤੇ ਟੁਕੜੇ ਉਸ ਦੀਆਂ ਅੱਖਾਂ ਵੀ ਉੱਡ ਗਏ। ਨਤੀਜੇ ਵਜੋਂ ਉਹ ਅੰਨਾ ਹੋ ਗਿਆ। ਇਹ ਦੇਖ ਕੇ ਪਿਛਲੇ ਰਾਜੇ ਨੇ ਲੜਾਈ ਨੂੰ ਰੋਕਣ ਲਈ ਆਪਣੇ ਆਪ ਨੂੰ ਮੋੜ ਲਿਆ। ਉਸਨੇ ਆਪਣੀ ਧੀ ਨੂੰ ਤਾਈ ਯੂਲ ਦੇ ਹੱਥ ਵਿੱਚ ਛੱਡ ਦਿੱਤਾ ਅਤੇ ਉਸਨੇ ਉਸ ਦਾ ਨਾਮ ਤਾਈ ਓਕ ਰੱਖਿਆ। ਨਵੀਂ ਜਾਣਕਾਰੀ ਦੇ ਬਾਵਜੂਦ ਟੇ ਓਕੇ ਅਜੇ ਵੀ ਟੇ ਯੂਐਲ ਨੂੰ ਪਿਆਰ ਕਰਦਾ ਹੈ ਅਤੇ ਆਪਣੀਆਂ ਅੱਖਾਂ ਦੀ ਦੇਖਭਾਲ ਕਰਨਾ ਚਾਹੁੰਦਾ ਹੈ। ਉਹ ਸ਼ਹਿਰ ਵਿੱਚ ਇੱਕ ਆਲੀਸ਼ਾਨ ਜ਼ਿੰਦਗੀ ਜਿਉਣ ਦੀ ਇੱਛਾ ਦੇ ਬਹਾਨੇ ਤਾਏ ਯੂਲ ਦੇ ਅਸਵੀਕਾਰ ਹੋਣ ਦੇ ਬਾਵਜੂਦ ਲੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੇ ਜ਼ੋਰ ਦਿੰਦੀ ਹੈ। ਅਗਲੀ ਸਵੇਰ ਤਾਏ ਓਕੇ ਨੂੰ ਲੀ ਦੇ ਆਦਮੀਆਂ ਦੁਆਰਾ ਚੁੱਕਿਆ ਜਾਂਦਾ ਹੈ ਅਤੇ ਉਹ ਆਪਣੇ ਪਿਤਾ ਨੂੰ ਛੱਡਣ ਲਈ ਹੰਝੂਆਂ ਨਾਲ ਚਲੀ ਜਾਂਦੀ ਹੈ। ਇਸ ਦੌਰਾਨ ਗੁਰੂਤਾਈ ਨੂੰ ਆਪਣੇ ਗਾਰਡਾਂ ਦੀ ਤਾਏ ਯੂਲ ਤੋਂ ਹਾਰ ਦੀ ਸੂਚਨਾ ਦਿੱਤੀ ਜਾਂਦੀ ਹੈ, ਇਸ ਲਈ ਉਹ ਉਸ ਨੂੰ ਮਾਰਨ ਲਈ ਕੁਝ ਕਾਤਲਾਂ ਨੂੰ ਭੇਜਦਾ ਹੈ। ਜਦੋਂ ਤਾਏ ਯੂਲ ਪਹਾੜਾਂ ਤੇ ਵਾਪਸ ਜਾਣ ਵਾਲਾ ਹੁੰਦਾ ਹੈ ਤਾਂ ਕਾਤਲ ਆਉਂਦੇ ਹਨ ਅਤੇ ਉਸ ਤੇ ਹਮਲਾ ਕਰਦੇ ਹਨ। ਉਹ ਅਚਾਨਕ ਆਪਣੀ ਤਲਵਾਰ ਖੋਲਦਾ ਹੈ ਅਤੇ ਸਾਲਾਂ ਦੀ ਇਕਾਂਤ ਤੋਂ ਬਾਅਦ ਇੱਕ ਆਦਮੀ ਨੂੰ ਮਾਰ ਦਿੰਦਾ ਹੈ। ਇਹ ਦੇਖ ਕੇ ਉਹ ਆਪਣੀ ਧੀ ਨੂੰ ਬਚਾਉਣ ਲਈ ਸ਼ਹਿਰ ਵੱਲ ਭੱਜਿਆ। ਲੀ ਦੇ ਨਿਵਾਸ ਵਿੱਚ ਕਾਤਲ ਇੱਕ ਦ੍ਰਿਸ਼ ਬਣਾਉਂਦੇ ਹਨ ਅਤੇ ਗਾਰਡਾਂ ਨੂੰ ਮਾਰ ਦਿੰਦੇ ਹਨ। ਤਾਏ ਓਕੇ ਅਤੇ ਲੀ ਦੀ ਜੀਵ ਵਿਗਿਆਨਕ ਦੀ ਲੜਾਈ ਨੂੰ ਵੇਖਦੇ ਹਨ ਅਤੇ ਆਪਣੇ ਆਪ ਨੂੰ ਲੁਕਾਉਂਦੇ ਹਨ। ਹਾਲਾਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਗੁਰੂਤਾਈ ਕੋਲ ਲਿਆਂਦਾ ਜਾਂਦਾ ਹੈ। ਪਤਾ ਚੱਲਦਾ ਹੈ ਗੁਰੂਤਾਈ ਨੇ ਲੀ ਨੂੰ ਹਵਾਂਗਬੈਗ ਨੂੰ ਰੋਕਣ ਲਈ ਕਿੰਗ ਦੀ ਮਦਦ ਮੰਗਦੇ ਹੋਏ ਫੜ ਲਿਆ ਹੈ। ਲੀ ਦੀ ਦੁਸ਼ਟ ਯੋਜਨਾ ਦੇ ਅਨੁਸਾਰ ਗੁਰੂਤਾਈ ਤਾਏ ਓਕੇ ਨੂੰ ਮਾਰ ਦੇਵੇਗੀ ਅਤੇ ਆਪਣੀ ਜੈਵਿਕ ਧੀ ਨੂੰ ਜਿਉਣ ਦੇਵੇਗੀ। ਹਾਲਾਂਕਿ ਗਾਰਡਾਂ ਵਿੱਚੋਂ ਇੱਕ ਤਾਏ ਓਕੇ ਨੂੰ ਪਛਾਣਦਾ ਹੈ ਅਤੇ ਗੁਰੂਤਾਈ ਨੇ ਇਸ ਦੀ ਬਜਾਏ ਉਹਨਾਂ ਨੂੰ ਗੁਲਾਮਾਂ ਵਜੋਂ ਵੇਚਣ ਦਾ ਫੈਸਲਾ ਕੀਤਾ। ਇਸ ਦੌਰਾਨ ਤਾਈ ਯੂਲ ਆਪਣੀ ਧੀ ਦੀ ਭਾਲ ਕਰਨ ਲਈ ਵਪਾਰੀ ਨੂੰ ਬਚਾਉਂਦਾ ਹੈ। ਇੱਕ ਵਾਰ ਫਿਰ ਉਹ ਗਾਰਡ ਨਾਲ ਲੜਦਾ ਹੈ ਅਤੇ ਉਸ ਦੇ ਹਮਲਿਆਂ ਤੋਂ ਬਚਾਅ ਕਰਦੇ ਹੋਏ ਉਸ ਨੂੰ ਕੁਸ਼ਲਤਾ ਨਾਲ ਮਾਰਦਾ ਹੈ। ਆਪਣੀ ਮਿਆਨ ਕੀਤੀ ਤਲਵਾਰ ਨਾਲ ਵੀ ਉਹ ਉਸ ਨੂੰ ਹੇਠਾਂ ਉਤਾਰ ਸਕਦਾ ਹੈ। ਫਿਰ ਉਹ ਆਖਰੀ ਝਟਕਾ ਦਿੰਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ। ਉਹ ਤੁਰੰਤ ਲੀ ਦੇ ਨਿਵਾਸ ਤੇ ਚਲੇ ਗਏ, ਪਰ ਤਾਈ ਓਕੇ ਨੂੰ ਲੈ ਲਿਆ ਗਿਆ ਹੈ। ਅਗਲੇ ਦਿਨ ਲੀ ਅਤੇ ਉਸ ਦੇ ਨਿੱਜੀ ਗਾਰਡ ਆਪਣੀ ਧੀ ਨੂੰ ਆਜ਼ਾਦ ਕਰਨ ਲਈ ਗੁਰੂਤਾਈ ਦੇ ਸਥਾਨ ਤੇ ਜਾਂਦੇ ਹਨ। ਅਚਾਨਕ ਇੱਕ ਬਲੇਡ ਸੁੱਟਿਆ ਜਾਂਦਾ ਹੈ ਅਤੇ ਬੁਲਾਰੇ ਨੂੰ ਮਾਰ ਦਿੰਦਾ ਹੈ। ਗਾਰਡ ਤੁਰੰਤ ਚਾਰਜ ਕਰਦੇ ਹਨ, ਪਰ ਬੰਦੂਕਾਂ ਦੁਆਰਾ ਆਸਾਨੀ ਨਾਲ ਮਾਰ ਦਿੱਤੇ ਜਾਂਦੇ ਹਨ। ਸਕਿੰਟਾਂ ਵਿੱਚ ਲੜਾਈ ਖਤਮ ਹੋ ਜਾਂਦੀ ਹੈ। ਖੁਸ਼ਕਿਸਮਤੀ ਨਾਲ ਟੇ ਯੂਐਲ ਪਹੁੰਚਦਾ ਹੈ ਅਤੇ ਲੀ ਨੂੰ ਬਚਾਉਂਦਾ ਹੈ। ਦੋ ਹਵਾਂਗਬੈਂਗ ਉਸ ਨਾਲ ਲੜਦੇ ਹਨ, ਪਰ ਤਾਈ ਯੂਲ ਉਹਨਾਂ ਦੋਵਾਂ ਨੂੰ ਲੈ ਸਕਦੇ ਹਨ। ਉਹ ਸਫਲਤਾਪੂਰਵਕ ਸੁਮੇਲ ਹਮਲੇ ਤੋਂ ਬਚਦਾ ਹੈ ਅਤੇ ਆਪਣਾ ਰੁਖ ਬਦਲਦਾ ਹੈ। ਉਹ ਆਪਣੀ ਤਲਵਾਰ ਅਤੇ ਲੱਤਾਂ ਨਾਲ ਉਹਨਾਂ ਨੂੰ ਥੋੜਾ-ਥੋੜਾ ਕਰਕੇ ਜ਼ਖਮੀ ਕਰਨ ਦਾ ਪ੍ਰਬੰਧ ਕਰਦਾ ਹੈ। ਬੰਦੂਕਧਾਰੀ ਵੀ ਲੜਾਈ ਵਿੱਚ ਸ਼ਾਮਲ ਹੁੰਦੇ ਹਨ ਅਤੇ ਉਹ ਹਵਾਂਗਬੈਂਗ ਨੂੰ ਢਾਲ ਵਜੋਂ ਵਰਤਦਾ ਹੈ। ਉਸ ਨੇ ਇੱਕ-ਇੱਕ ਕਰਕੇ ਬੰਦੂਕਧਾਰੀਆਂ ਨੂੰ ਢੇਰ ਕੀਤਾ ਅਤੇ ਸਾਰੀਆਂ ਗੋਲੀਆਂ ਤੋਂ ਬਿਨਾਂ ਨੁਕਸਾਨ ਤੋਂ ਬਚ ਗਿਆ। ਫਿਰ ਕਾਤਲ ਵੀ ਲੜਾਈ ਵਿੱਚ ਸ਼ਾਮਲ ਹੋ ਜਾਂਦੇ ਹਨ।
ਪਹਿਲਾਂ ਉਹ ਸੰਖਿਆ ਵਿੱਚ ਬਹੁਤ ਅੰਤਰ ਦੇ ਬਾਵਜੂਦ ਉਹਨਾਂ ਨੂੰ ਰੋਕ ਸਕਦਾ ਹੈ, ਪਰ ਉਹ ਹੋਰ ਅਸਥਿਰ ਹੋ ਜਾਂਦਾ ਹੈ ਕਿਉਂਕਿ ਉਸ ਦੀ ਦ੍ਰਿਸ਼ਟੀ ਧੁੰਦਲੀ ਹੋ ਜਾਂਦੀ ਹੈ। ਨਤੀਜੇ ਵਜੋਂ ਉਸ ਨੂੰ ਰੱਖਿਆਤਮਕ ਭੂਮਿਕਾ ਨਿਭਾਉਣੀ ਪੈਂਦੀ ਹੈ ਅਤੇ ਕਈ ਵਾਰ ਜ਼ਖਮੀ ਹੋ ਜਾਂਦਾ ਹੈ। ਕਾਤਲਾਂ ਵਿੱਚੋਂ ਇੱਕ ਉਸ ਦੇ ਪੇਟ ਤੇ ਇੱਕ ਘਾਤਕ ਸੱਟ ਮਾਰਨ ਦਾ ਪ੍ਰਬੰਧ ਵੀ ਕਰਦਾ ਹੈ। ਉਹ ਆਪਣਾ ਸਾਹ ਮੁੜ ਪ੍ਰਾਪਤ ਕਰਦਾ ਹੈ ਜਦੋਂ ਉਹ ਉਹਨਾਂ ਵਿੱਚੋਂ ਇੱਕ ਨੂੰ ਬੰਦਕ ਬਣਾ ਲੈਂਦਾ ਹੈ। ਇਹ ਦੇਖ ਕੇ ਕਿ ਤਾਈ ਯੂਲ ਕਿੰਨਾ ਡਰਾਉਣਾ ਹੈ, ਦੂਜੇ ਹਵਾਂਗਬੈਂਗ ਭੱਜ ਗਏ। ਕੁਝ ਸਮੇਂ ਬਾਅਦ ਉਹ ਉਹਨਾਂ ਸਾਰਿਆਂ ਨੂੰ ਸਫਲਤਾਪੂਰਵਕ ਖਤਮ ਕਰ ਦਿੰਦਾ ਹੈ। ਹਾਲਾਂਕਿ ਸੱਟਾਂ ਕਾਰਨ ਉਹ ਤੁਰੰਤ ਬੇਹੋਸ਼ ਹੋ ਗਿਆ। ਕੁਝ ਦੇਰ ਬਾਅਦ ਉਹ ਜਾਗਦਾ ਹੈ ਕਿ ਵਪਾਰੀ ਨੇ ਦੁਰਲੱਭ ਜੜੀ ਬੂਟੀਆਂ ਨਾਲ ਉਸ ਦੀਆਂ ਅੱਖਾਂ ਨੂੰ ਸੰਭਾਲਿਆ ਹੈ। ਜਾਣ ਤੋਂ ਪਹਿਲਾਂ ਵਪਾਰੀ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਲੜਦਾ ਰਿਹਾ ਤਾਂ ਉਹ ਪੂਰੀ ਤਰ੍ਹਾਂ ਅੰਨਾ ਹੋ ਸਕਦਾ ਹੈ। ਉਹ ਗੁਰੂਤਾਈ ਨੂੰ ਮਿਲਣ ਲਈ ਦੌੜਦਾ ਹੈ, ਪਰ ਕੈਪਟਨ ਨੇ ਉਸ ਨੂੰ ਰੋਕ ਦਿੱਤਾ ਅਤੇ ਇਸ ਤਰ੍ਹਾਂ ਉਹਨਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ। ਉਹ ਕੁਝ ਸਮੇਂ ਲਈ ਬਰਾਬਰੀ ਤੇ ਝਗੜਾ ਕਰਦੇ ਹਨ ਅਤੇ ਲੜਦੇ ਹਨ। ਤਾਏ ਯੂਲ ਨੇ ਆਪਣਾ ਰੁਖ ਬਦਲਿਆ ਅਤੇ ਕੈਪਟਨ ਦੇ ਹਮਲਿਆਂ ਦਾ ਸਫਲਤਾਪੂਰਵਕ ਬਚਾਅ ਕੀਤਾ। ਫਿਰ ਉਹ ਇੱਕ ਦੂਜੇ ਨੂੰ ਜ਼ਖਮੀ ਕਰਨ ਅਤੇ ਇੱਕ ਰੁਕਾਵਟ ਤੱਕ ਪਹੁੰਚਣ ਦਾ ਪ੍ਰਬੰਧ ਕਰਦੇ ਹਨ। ਤਾਏ ਯੂਲ ਦੀ ਤਲਵਾਰ ਦੀ ਮੁਹਾਰਤ ਨੂੰ ਦੇਖ ਕੇ ਗੁਰਤਾਈ ਵਿਆਪਕ ਤੌਰ ਤੇ ਮੁਸਕਰਾਉਂਦੇ ਹਨ। ਤਾਏ ਯੂਲ ਫਿਰ ਤੋਂ ਆਪਣਾ ਰੁਖ ਬਦਲਦਾ ਹੈ ਅਤੇ ਇਸ ਵਾਰ ਆਪਣੇ ਕੰਨਾਂ ਤੇ ਭਰੋਸਾ ਕਰਦਾ ਹੈ। ਇੱਕ ਵਾਰ ਨਾਲ ਉਹ ਕੈਪਟਨ ਦੀ ਬਾਹ ਨੂੰ ਜ਼ਖਮੀ ਕਰਦਾ ਹੈ, ਹਮਲੇ ਤੋਂ ਬਚਦਾ ਹੈ ਅਤੇ ਉਸ ਨੂੰ ਹਰਾ ਦਿੰਦਾ ਹੈ। ਉਹ ਆਪਣੀ ਤਲਵਾਰ ਹੇਠਾਂ ਰੱਖਦਾ ਹੈ, ਪਰ ਗੁਰਤਾਈ ਨੇ ਕੈਪਟਨ ਦੀ ਗਰਦਨ ਪਿੱਛੇ ਤੋਂ ਕੱਟ ਦਿੱਤੀ ਅਤੇ ਉਸ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਆਪਣੀਆਂ ਰੈਂਕਾਂ ਵਿੱਚ ਹਾਰਨ ਵਾਲੇ ਦੀ ਲੋੜ ਨਹੀਂ ਹੈ। ਫਿਰ ਉਹ ਤਾਈ ਯੂਲ ਨੂੰ ਇੱਕ ਅਖਾੜੇ ਵਿੱਚ ਸੱਦਾ ਦਿੰਦਾ ਹੈ। ਅੰਤ ਵਿੱਚ ਦੋ ਤਲਵਾਰਬਾਜ਼ਾਂ ਵਿਚਕਾਰ ਭਿਆਨਕ ਲੜਾਈ ਸ਼ੁਰੂ ਹੋ ਜਾਂਦੀ ਹੈ। ਗੁਰੂਤਾਈ ਨੇ ਪਹਿਲਾ ਹਮਲਾ ਕੀਤਾ ਅਤੇ ਹਮਲਾਵਰ ਹੈ। ਤਾਏ ਯੂਲ ਹਮਲਿਆਂ ਦਾ ਬਚਾਅ ਕਰਦਾ ਰਹਿੰਦਾ ਹੈ, ਪਰ ਇਸ ਪ੍ਰਕਿਰਿਆ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਉਸ ਦੇ ਜ਼ਖਮਾਂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਉਹ ਖੜਾ ਨਹੀਂ ਹੋ ਸਕਦਾ ਸੀ। ਅਚਾਨਕ ਗੁਰੂਤਾਈ ਦੀ ਮਾਲਕਨ ਤਾਏ ਓਕੇ ਦੇ ਨਾਲ ਆਉਂਦੀ ਹੈ, ਜਿਸ ਨੂੰ ਬੰਦੀ ਬਣਾ ਲਿਆ ਜਾਂਦਾ ਹੈ। ਆਪਣੀ ਧੀ ਦੀ ਹਾਲਤ ਦੇਖ ਕੇ ਉਹ ਖੜਾ ਹੋ ਗਿਆ ਅਤੇ ਆਪਣੀ ਤਲਵਾਰ ਨੂੰ ਆਪਣੀ ਪਕੜ ਨਾਲ ਬੰਨ੍ਹ ਲਿਆ। ਇਸ ਵਾਰ ਤਾਏ ਯੂਲ ਹਮਲਾਵਰ ਹੈ ਅਤੇ ਗੁਰੂਤਾਈ ਨੂੰ ਕਈ ਵਾਰ ਜ਼ਖਮੀ ਕਰਨ ਦਾ ਪ੍ਰਬੰਧ ਕਰਦਾ ਹੈ। ਗੁਰੂਤਾਈ ਉਸ ਤੇ ਛਾਲ ਮਾਰਦੀ ਹੈ ਅਤੇ ਉਸ ਨੂੰ ਹੈਰਾਨ ਕਰ ਦਿੰਦੀ ਹੈ। ਜਿਵੇਂ ਹੀ ਤਾਏ ਯੂਲ ਖੜਾ ਹੁੰਦਾ ਹੈ, ਉਹ ਮਾਲਕਨ ਦੀ ਗਰਦਨ ਕੱਟਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ। ਇਸ ਕਾਰਵਾਈ ਨੇ ਗੁਰੂਤਾਈ ਨੂੰ ਗੁੱਸਾ ਦਿੱਤਾ ਅਤੇ ਉਹ ਤਾਏ ਯੂਲ ਤੇ ਦੋਸ਼ ਲਗਾਉਂਦਾ ਹੈ। ਦੋਵੇਂ ਇਸ ਵਾਰ ਬਰਾਬਰੀ ਤੇ ਲੜਦੇ ਹਨ। ਗੁਰੂਤਾਈ ਦਾ ਟੀਚਾ ਤਾਏ ਓਕੇ ਨੂੰ ਜ਼ਖਮੀ ਕਰਨਾ ਹੈ, ਪਰ ਤਾਏ ਯੂਲ ਉਸ ਦਾ ਬਚਾਅ ਕਰਦਾ ਹੈ। ਫਿਰ ਉਹ ਗੁਰੂਤਾਈ ਦੀ ਤਲਵਾਰ ਨੂੰ ਤਾਲਾ ਲਗਾ ਦਿੰਦਾ ਹੈ ਅਤੇ ਉਸ ਦੇ ਕੰਨ ਤੇ ਮੁੱਕਾ ਮਾਰਦਾ ਹੈ ਜਦੋਂ ਤੱਕ ਇਹ ਵੱਜ ਨਹੀਂ ਜਾਂਦੀ। ਫਿਰ ਗੁਰੂਤਾਈ ਤਾਏ ਯੂਲ ਨੂੰ ਪਿਨ ਕਰਦਾ ਹੈ, ਪਰ ਉਸ ਦੇ ਕੰਨ ਬੁਰੀ ਤਰ੍ਹਾਂ ਵੱਜਦੇ ਹਨ ਅਤੇ ਉਸ ਨੂੰ ਸੰਤੁਲਨ ਤੋਂ ਦੂਰ ਸੁੱਟ ਦਿੰਦੇ ਹਨ। ਤਾਏ ਯੂਲ ਗੁਰੂਤਾਈ ਦੇ ਅਚਿਲਸ ਟੈਂਡਨ ਦੁਆਰਾ ਕੱਟਦਾ ਹੈ, ਜੋ ਉਸ ਨੂੰ ਹੋਰ ਗੁੱਸੇ ਕਰਦਾ ਹੈ। ਫਿਰ ਤਾਏ ਯੂਲ ਆਪਣੀ ਤਲਵਾਰ ਦੀ ਪਹੁੰਚ ਨੂੰ ਵਧਾਉਂਦਾ ਹੈ ਅਤੇ ਗੁਰੂਤਾਈ ਦੀ ਗਰਦਨ ਰਾਹੀਂ ਕੱਟਦਾ ਹੈ। ਉਸ ਦੇ ਪੇਟ ਵਿੱਚ ਜ਼ੋਰਦਾਰ ਚਾਕੂ ਮਾਰ ਕੇ ਉਸ ਨੂੰ ਮਾਰ ਦਿੱਤਾ। ਅੰਤ ਵਿੱਚ ਤਾਏ ਯੂਲ ਆਪਣੀ ਪਿਆਰੀ ਧੀ ਨਾਲ ਦੁਬਾਰਾ ਮਿਲ ਜਾਂਦਾ ਹੈ ਕਿਉਂਕਿ ਉਹ ਹੌਲੀ-ਹੌਲੀ ਪੂਰੀ ਤਰ੍ਹਾਂ ਅੰਨਾ ਹੋ ਜਾਂਦਾ ਹੈ। ਤਾਏ ਓਕੇ ਆਪਣੇ ਪਿਤਾ ਦੀ ਉਸ ਲਈ ਕੁਰਬਾਨੀ ਨੂੰ ਦੇਖ ਕੇ ਆਪਣੇ ਪਿਤਾ ਦੇ ਗਲਵੱਕੜੀ ਵਿੱਚ ਰੋਂਦੀ ਹੈ। ਅੰਤ ਵਿੱਚ ਤਾਏ ਯੂਲ ਉਸ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਉਸ ਨੂੰ ਪਿਛਲੇ ਰਾਜੇ ਦੇ ਨਿੱਜੀ ਗਾਰਡ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਪਹਿਲੀ ਵਾਰ ਬੇਬੀ ਤਾਏ ਓਕੇ ਨੂੰ ਮਿਲਿਆ ਸੀ। ਕੁਝ ਸਮੇਂ ਬਾਅਦ ਉਹ ਦੋਵੇਂ ਪਹਾੜਾਂ ਵਿੱਚ ਵਾਪਸ ਆ ਗਏ ਹਨ। ਤਾਏ ਓਕੇ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੈ ਅਤੇ ਉਹ ਇਕੱਠੇ ਪਹਾੜਾਂ ਤੋਂ ਹੇਠਾਂ ਚਲੇ ਜਾਂਦੇ ਹਨ ਕਿਉਂਕਿ ਉਹ ਹੁਣ ਬਾਕੀ ਦੁਨੀਆ ਨੂੰ ਦੇਖਣ ਲਈ ਤਿਆਰ ਹੈ। ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ, ਸੂਚਨਾਵਾਂ ਚਾਲੂ ਕਰੋ ਅਤੇ ਚੈਨਲ ਦੀ ਮਦਦ ਕਰਨ ਲਈ ਇੱਕ ਪਸੰਦ ਅਤੇ ਟਿੱਪਣੀ ਛੱਡੋ। ਦੇਖਣ ਲਈ ਤੁਹਾਡਾ ਧੰਨਵਾਦ ਅਤੇ ਅਗਲੀ ਵਾਰ ਮਿਲਾਂਗੇ।